ਅਸਾਂ ਦੋਸਤੋ ਆਸਟ੍ਰੇਲੀਆ ਤੋਂ ਮੈਂ ਖਾਲਦ ਭੱਟੀ। ਅੱਛਾ, ਇੱਕ ਕਹਾਣੀ ਸੁਣ ਲਓ ਜੀ। ਹੁੰਦਾ ਏਦਾਂ ਵੇ ਕਿ ਇੱਕ ਮੇਰਾ ਲੜਕਾ ਵੇ ਜਾਣਨ ਵਾਲਾ ਹੀ ਏ, ਦੋਸਤ ਨਹੀਂ ਕਹਿ ਸਕਦੇ, ਮੇਰੇ ਨਾਲ ਰਾਬਤੇ ਦੇ ਗੱਲ ਬੜੀ ਗੌਰ ਨਾਲ ਸੁਣਨਾ। ਮੈਨੂੰ ਕਈ ਦਿਨ ਤੋਂ ਮੈਸੇਜ ਕਰਦਾ, ਮੈਂ ਕੋਸ਼ਿਸ਼ ਕਰਾਂਗਾ ਮੁਕਤਸਰ ਗੱਲ ਕਰਾਂ ਤੁਹਾਨੂੰ ਕਿ ਯਾਰ ਹਾਲਾਤ ਬੜੇ ਖਰਾਬ ਨੇ ਤੇ ਮਿਹਰਬਾਨੀ ਕਰੋ ਕੋਈ ਪੈਸੇ ਭੇਜੋ। ਮੈਂ ਜਰਮਨੀ ਗਿਆ ਸੀ, ਮੈਂ ਕਿਹਾ ਚਲੋ ਮੈਂ ਆਸਟ੍ਰੇਲੀਆ ਜਾਵਾਂਗਾ ਤੇ ਮੈਂ ਤੇਰੀ ਕੋਈ ਹੈਲਪ ਕਰ ਦਿਆਂਗਾ। ਖੈਰ ਮੈਂ ਆਸਟ੍ਰੇਲੀਆ ਵਾਪਸ ਆਣਾ ਤੇ ਮੈਂ ਉਹਨੂੰ ਕਹਿਣਾ ਮੈਂ ਕੱਲ ਦੀ ਗੱਲ ਹੈ, ਮੈਂ ਕਿ ਯਾਰ ਮੈਨੂੰ ਨਾ ਆਪਣਾ ਅਕਾਊਂਟ ਨੰਬਰ ਭੇਜ। ਤੇ ਮੈਨੂੰ ਉਹ ਮੈਸੇਜ ਕਰਦਾ ਕਿ ਫਲਾਂ ਸਾਹਿਬ, ਉਹਨੂੰ ਮੈਸੇਜ ਦਾ ਜਵਾਬ ਆਂਦਾ ਕਿ ਉਸਮਾਨ ਹਸਪਤਾਲ ਉਹਦੀ ਤਬੀਅਤ ਠੀਕ ਨਹੀਂ ਹੈ। ਮੈਨੂੰ ਇਹ ਲੱਗਿਆ ਕਿ ਜਿਵੇਂ ਸ਼ਾਇਦ ਫਿਰ ਉਹਦੀ ਵਾਈਫ ਨੇ ਮੈਸੇਜ ਕੀਤਾ, ਮੋਬਾਈਲ ਉਹਦੇ ਕੋਲੇ, ਬੰਦਾ ਹਸਪਤਾਲ ਹੈ ਤੇ ਉਹਦੀ ਤਬੀਅਤ ਠੀਕ ਨਹੀਂ ਹੈ। ਅੱਛਾ, ਇਹ ਗੱਲ ਮੈਨੂੰ ਬੜੀ ਖੜਕੀ ਇੱਕਦਮ ਕਿ ਮੈਂ ਜੂੰ ਹੀ ਉਹਨੂੰ ਕਿਹਾ ਕਿ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਤੇ ਤੂੰ ਹੀ ਅੱਗੋਂ ਇਹ ਸਟੋਰੀ ਕਿਵੇਂ ਹੋ ਗਈ ਹੈ ਕਿ ਬਈ ਇਹਦਾ ਜਵਾਬ ਨਹੀਂ ਕਿ ਹਸਪਤਾਲ ਹੈ ਕਿ ਨਹੀਂ ਹੈ। ਮੈਨੂੰ ਲੱਗਿਆ ਕਿ ਹਸਪਤਾਲ ਨਹੀਂ ਹੈ। ਖੈਰ ਮੈਨੂੰ ਜਦੋਂ ਸ਼ੱਕ ਪਿਆ ਤੇ ਮੈਂ ਵਾਪਸੀ ਮੈਸੇਜ ਕੀਤਾ, ਮੈਂ ਕਿਹਾ ਕਿਹੜੇ ਹਸਪਤਾਲੋਂ ਮੈਂ ਕਿਸੇ ਬੰਦੇ ਨੂੰ ਭੇਜਦਾ ਜਿਹੜਾ ਤੁਹਾਨੂੰ ਆ ਕੇ ਫੁੱਲ ਛੁੱਲ ਦਿੰਦਾ, ਮੇਰੇ ਵੱਲੋਂ ਤੁਹਾਡੀ ਖੈਰੀਅਤ ਵੀ ਪੁੱਛਦਾ ਔਰ ਤੁਹਾਨੂੰ ਪੈਸੇ ਵੀ ਦਿੰਦਾ। ਉਹਨਾਂ ਨੇ ਕਿਹਾ ਜੀ CMI ਦੇ ਵਿੱਚ। ਠੀਕ ਹੈ ਜੀ, ਮੈਂ ਉਹਨੂੰ ਪੁੱਛਿਆ ਜੀ ਕਿ ਮੈਨੂੰ ਵਾਰਡ ਨੰਬਰ ਦਿਓ। ਅੱਛਾ, ਇਸ ਤੋਂ ਪਹਿਲੇ ਕਿ ਮੈਨੂੰ ਵਾਰਡ ਨੰਬਰ ਪੁੱਛਦਾ ਤੇ ਨਾਲ ਹੀ ਮੈਨੂੰ ਆ ਗਿਆ ਮੈਸੇਜ ਕਿ ਮੈਂ ਇਸ ਟਾਈਮ ਫੋਨ ਨਹੀਂ ਸੁਣ ਸਕਦਾ ਕਿਉਂਕਿ ਇੱਥੇ ਰਾਉਂਡ ਹੋ ਰਿਹਾ ਵੇ, ਇੱਥੇ ਸਟ੍ਰਿਕਟ ਨੇ, CMI ਦੀ ਪਾਲਿਸੀ ਬੜੀ ਸਖਤ ਹੈ ਤੇ ਮੈਨੂੰ ਕਾਲ ਨਾ ਕਰਨਾ। ਜਦੋਂ ਨੇ ਕਿਹਾ ਕਿ ਮੈਨੂੰ ਕਾਲ ਨਾ ਕਰਨਾ, ਮੈਂ ਫੋਨ ਨਹੀਂ ਸੁਣ ਸਕਦਾ, ਤੇ ਮੈਨੂੰ ਹੋਰ ਸ਼ੱਕ ਪੈ ਗਿਆ। ਮੈਂ ਜਨਾਬ CMI ਚ ਚੁੱਕ ਕੇ ਕਾਲ ਕਰ ਦਿੱਤੀ। ਮੈਂ ਉਹਨੂੰ ਪਹਿਲੇ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਕਿਹੜਾ ਵਾਰਡ ਹੈ। ਬਾਰ ਪੁੱਛਣ ਤੇ ਉਹਨੇ ਦੱਸਿਆ ਜੀ ਮੈਂ ਮੈਡੀਕਲ ਵਾਰਡ ਦੇ ਵਿੱਚ। ਮੈਨੂੰ ਸਮਝ ਨਹੀਂ ਆਈ, ਮੈਡੀਕਲ ਵਾਰਡ ਤੇ ਬਹੁਤ ਸਾਰੇ ਨੇ ਔਰ ਮੇਰਾ 8 ਨੰਬਰ ਬੈੱਡ ਹੈ। ਮੈਂ ਜਨਾਬ ਖੈਰ ਅੱਜ ਕੱਲ ਤੁਹਾਨੂੰ ਪਤਾ ਗੂਗਲ ਤੋਂ ਲੱਭ ਜਾਂਦਾ ਹੈ। ਮੈਂ CMI ਚ ਕਾਲ ਕੀਤੀ, ਉਹ ਕਹਿੰਦੇ ਸਾਡੇ ਕੋਲ ਮੈਡੀਕਲ ਵਾਰਡ ਹੈ ਹੀ ਨਹੀਂ। ਮੈਂ ਮੁੰਡੇ ਨੂੰ ਦੁਬਾਰਾ ਮੈਸੇਜ ਕੀਤਾ, ਮੈਂ ਕਿਹਾ ਉਹਨੂੰ ਫਿਰ ਬਾਰ ਮੈਸੇਜ ਕਰ ਰਿਹਾ, ਮੈਂ ਕਿਹਾ ਮੈਡੀਕਲ ਵਾਰਡ ਨਹੀਂ ਹੈ, ਤੂੰ ਮੈਨੂੰ ਮਜ਼ੀਦ ਤਫਸੀਲਾਤ ਦੇ, ਤੂੰ ਕਿਹੜੇ ਵਾਰਡ ਦੇ ਵਿੱਚ। ਮੈਂ ਕਿਸੇ ਨੂੰ ਭਜਵਾਵਾਂ ਯਾਰ ਤਾਂ ਕਿ ਤੇਰੀ ਹੈਲਪ ਹੋਵੇ, ਤੇਰੀ ਖਰੀਦ ਪੁੱਛੇ, ਤੈਨੂੰ ਫੁੱਲਾਂ ਦਾ ਬੁੱਕੇ ਵੀ ਦੇ ਕੇ ਜਾਵੇ, ਕੋਈ ਖਾਣ ਪੀਣ ਦਾ ਸਮਾਨ ਦੇ ਕੇ ਜਾਵੇ, ਤੈਨੂੰ ਪੈਸੇ ਵੀ ਦੇ ਕੇ ਜਾਵੇ। ਮੈਨੂੰ ਬਾਰ ਮੈਸੇਜ ਕਰ ਰਿਹਾ, ਮੈਨੂੰ ਮੈਸੇਜ ਦਾ ਜਵਾਬ ਨਹੀਂ ਦੇ ਰਿਹਾ। ਅੱਛਾ, ਮੈਨੂੰ ਪੱਕ ਹੋ ਗਿਆ ਕਿ ਉਹ ਨਹੀਂ ਹੈ CMI ਦੇ ਵਿੱਚ। ਮੈਨੂੰ ਜਨਾਬ ਮੈਂ ਕਿਹਾ ਇਸ ਤੋਂ ਪਹਿਲੇ ਹੁਣ ਤੂੰ ਸਵੇਰ ਮੈਨੂੰ ਕਹੇਗਾ ਮੈਂ ਡਿਸਚਾਰਜ ਹੋ ਗਿਆ, ਫਿਰ ਸਵੇਰ ਤੂੰ ਮੈਨੂੰ ਮੈਸੇਜ ਕਰੇਗਾ ਜੀ ਸੌਰੀ ਮੈਨੂੰ ਤਾਂ ਰਾਤੀ ਮੈਸੇਜ ਦਾ ਪਤਾ ਹੀ ਨਹੀਂ ਲੱਗਿਆ, ਇਹ ਉਹ ਲੋ ਐਗਜ਼ੈਕਟਲੀ ਉਹੀ ਕੰਮ ਹੋ ਗਿਆ। ਮੈਂ ਸੌਂ ਗਿਆ, ਨੂੰ ਮੈਸੇਜ ਕਰਕੇ ਕੋਈ ਜਵਾਬ ਨਹੀਂ ਆਇਆ। ਸਵੇਰੇ ਉੱਠਿਆ ਤੇ ਉਹੀ ਜਵਾਬ ਆਇਆ ਜੀ ਇੰਜ ਹੋ ਗਿਆ, ਉਂਝ ਹੋ ਗਿਆ, ਸਟੋਰੀਆਂ ਕਹਾਣੀਆਂ। ਉਂਝ ਜਦੋਂ ਮੈਂ ਕਹਿੰਦਾ ਅਕਾਊਂਟ ਨੰਬਰ ਭੇਜ ਤੇ ਮੈਂ ਇੰਜ ਮੈਸੇਜ ਭੇਜਦਾ ਵਾਂ, ਉਂਝ ਅਕਾਊਂਟ ਨੰਬਰ ਵਾਪਸ ਆ ਜਾਂਦਾ। ਪੈਸੇ ਲੈਣ ਦੀ ਗੱਲ ਸੀ। ਤੇ ਜਨਾਬ ਇਦਾਂ ਦੇ ਫਰਾਡ ਪਲੀਜ਼ ਛੱਡ ਦਿਓ ਕਰਨ ਵਾਸਤੇ। ਮੇਰੇ ਕੋਲ ਕੋਈ ਆਪਸ਼ਨ ਨਹੀਂ ਰਹਿ ਗਿਆ ਉਹਨੂੰ ਬਲੌਕ ਕਰਨ ਤੋਂ ਇਲਾਵਾ, ਕਿਉਂਕਿ ਤੁਸੀਂ ਐਸਾ ਬੰਦਾ ਜਿਹੜਾ ਬਦਨੀਅਤ ਹੋਵੇ, ਤੁਹਾਨੂੰ ਧੋਖਾ ਦੇਵੇ ਔਰ ਤੁਹਾਨੂੰ ਬੱਚਾ ਬਣਾ ਕੇ ਪੈਸੇ ਲੈਣਾ ਚਾਹਵੇ, ਉਹ ਗੱਲ ਵਾਰੇ ਚ ਨਹੀਂ ਹੁੰਦੀ। ਇਹੋ ਜਿਹਾ ਇੱਕ ਵਾਕਿਆ ਮੈਨੂੰ ਪਹਿਲੇ ਵੀ ਪੇਸ਼ ਆਇਆ। ਇੱਕ ਲੜਕਾ ਸੀ, ਉਹ ਕਬੀਰ ਵਾਲਾ ਦਾ ਰਹਿਣ ਵਾਲਾ, ਮੁਲਤਾਨ ਦਾ। ਉਹ ਮੈਨੂੰ ਫੋਨ ਕਰਦਾ ਇੱਕ ਦਿਨ ਕਿ ਮੇਰੇ ਬੱਚੇ ਦੀ ਤਬੀਅਤ ਬੜੀ ਖਰਾਬ ਹੈ, ਜਾਣਨ ਵਾਲਾ ਸੀ, ਮੈਨੂੰ ਪੈਸੇ ਭੇਜੋ। ਮੈਂ ਪੈਸੇ ਭੇਜ ਦਿੱਤੇ। ਕਿਸਾ ਮੁਕਸਰ ਆ ਕੇ 2-3 ਦਫਾ ਇੰਜ ਹੋਇਆ ਤੇ ਇੱਕ ਦਫਾ ਅਚਾਨਕ ਮੈਨੂੰ ਫੋਨ ਕਰਦਾ ਕਿ ਬਈ ਮੇਰੀ ਵਾਈਫ ਹਸਪਤਾਲ ਦਾਖਲ ਹੈ। ਤੇ ਮੈਨੂੰ ਸ਼ੱਕ ਪੈ ਗਿਆ। ਮੈਂ ਕਿਹਾ ਜਿਹੜੇ ਹਸਪਤਾਲ ਦਾ ਕਰਦੇ ਨੇ ਕਿ ਹਸਪਤਾਲ 'ਚ ਦਾਖਲ ਹੈ, ਜ਼ਿਆਦਾ ਸਿੰਪਥੀ ਲੈਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਨਹੀਂ ਕਹਿ ਰਿਹਾ ਕਿ ਸਾਰੇ ਝੂਠੇ ਹੁੰਦੇ ਨੇ, ਲੇਕਿਨ ਬਾਹਰ ਸਮਝ ਆ ਜਾਂਦੀ ਹੈ। ਮੈਨੂੰ ਪੁੱਛਿਆ ਕਿਹੜੇ ਹਸਪਤਾਲ, ਕਿਸਾ ਮੁਕਸਰ ਹੈ, ਕਿ ਜਿਹੜਾ ਹਸਪਤਾਲ ਦੱਸਿਆ ਮੈਂ ਉੱਥੇ ਕਾਲਾਂ ਸ਼ਾਲਾਂ ਕੀਤੀਆਂ, ਉਹ ਮਿਲਿਆ ਨਹੀਂ, ਉਹਦੀ ਵਾਈਫ ਵੀ ਉੱਥੇ ਕੋਈ ਨਹੀਂ ਸੀ ਜਨਾਬ। ਉਹ 2 ਦਿਨ ਮੇਰੇ ਨਾਲ ਇੰਜ ਹੀ ਫਰਾਡ ਕਰਦਾ ਰਿਹਾ, ਨਹੀਂ ਹੈ ਸੀ ਵਾਈਫ, ਤੁਸੀਂ ਗਲਤ ਕਹਿ ਰਹੇ ਹੋ, ਤੁਸੀਂ ਕਾਲ ਨਹੀਂ ਕੀਤੀ। ਜਦੋਂ ਮੈਂ ਕਿਹਾ ਮੈਂ ਤੇਰਾ ਨੰਬਰ ਬਲੌਕ ਕਰ ਲਾਂਗਾ, ਅੱਜ ਤੋਂ ਬਾਅਦ ਤੇਰੀ ਕਦੀ ਵੀ ਹੈਲਪ ਮੇਰੀ ਤਰਫੋਂ ਤੂੰ ਉਮੀਦ ਨਾ ਰੱਖੀ। ਤੈਨੂੰ ਸਮਝ ਆਈ ਗਿਆ ਤੇ ਕੰਮ ਵਿਗੜ ਚੱਲਾ। ਫਿਰ ਮੰਨ ਗਿਆ, ਕਹਿੰਦਾ ਜੀ ਮੈਨੂੰ ਪੈਸੇ ਚਾਹੀਦੇ ਸੀ ਤੇ ਮੈਂ ਪੈਸਿਆਂ ਤੇ ਝੂਠ ਬੋਲਿਆ। ਯਾਰ ਖੁਦਾਰਾ, ਅਸੀਂ ਵੀ ਪ੍ਰਦੇਸ਼ 'ਚ ਬੜੀ ਔਖੀ ਮਿਹਨਤ ਮਜ਼ਦੂਰੀ ਕਰਦੇ, ਐਡੇ ਸੌਖੇ ਪੈਸੇ ਨਹੀਂ ਕਮਾਏ ਜਾਂਦੇ। ਝੂਠ ਮਤ ਬੋਲੋ, ਐ ਮਤ ਸਮਝੋ ਕਿ ਪ੍ਰਦੇਸ਼ 'ਚ ਰਹਿਣ ਵਾਲੇ ਬਿਲਕੁਲ ਫਾਰਗ ਨੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਤੇ ਅਸੀਂ ਜੋ ਮਰਜ਼ੀ ਕਰੀਏ ਹੁੰਦਾ ਰਹੇਗਾ। ਯਾਰ ਪਲੀਜ਼ ਅੱਲਾ ਦਾ ਵਾਸਤਾ ਰਹਿਮ ਕਰੋ, ਤੁਹਾਡੀ ਵਜ੍ਹਾ ਤੋਂ, ਤੁਹਾਡੇ ਲੋਕਾਂ ਦੀ ਵਜ੍ਹਾ ਤੋਂ ਕਈ ਅਸਲ ਔਰ ਹੱਕਦਾਰ ਲੋਕਾਂ ਦੇ ਹੱਕ ਵੀ ਖਾਦੇ ਜਾਂਦੇ ਨੇ। ਖਾਲਦ ਭੱਟੀ ਨੂੰ ਆਸਟ੍ਰੇਲੀਆ ਸ਼ਹਿਰ ਬ੍ਰਿਸਬਨ ਤੋਂ ਇਜਾਜ਼ਤ ਦਿਓ। ਅੱਲਾ ਹਾਫਿਜ਼।